ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਕਈ ਵਾਰ ਅਧਿਆਤਮਿਕ ਤੌਰ 'ਤੇ ਸੰਗਤਾਂ ਆਪਣੇ ਮਨ ਦੇ ਵਿਚਾਰ ਜਾਂ ਪਰਮਾਰਥ 'ਤੇ ਚੱਲਣ ਲਈ ਅਹਿਮ ਸਵਾਲ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਨਾਲ ਸਾਂਝੇ ਕਰਦੀਆਂ ਰਹਿੰਦੀਆਂ ਹਨ। ਭਾਈ ਸਾਹਿਬ ਜੀ ਸਹਿਜ ਸੁਭਾਅ ਉਹਨਾਂ ਸਵਾਲਾਂ ਦੇ ਜਵਾਬ ਗੁਰਮਤਿ ਅਨੁਸਾਰ ਦਿੰਦੇ ਹਨ। ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਯਤਨ ਕੀਤਾ ਗਿਆ ਹੈ ਉਹਨਾਂ ਸਵਾਲਾਂ ਨੂੰ ਕਿਤਾਬ ਦੇ ਰੂਪ ਵਿੱਚ ਸੰਗਤਾਂ ਦੇ ਸਨਮੁਖ ਭੇਂਟ ਕੀਤਾ ਜਾਵੇ। ਇਸ ਕਿਤਾਬ ਦਾ ਨਾਮ ਹੈ ਜੀਵਨ ਸੇਧਾਂ। ਅਸੀਂ ਉਹਨਾਂ ਸਵਾਲਾਂ ਜਵਾਬਾਂ ਨੂੰ ਆਡੀਓ ਦੇ ਰੂਪ ਵਿੱਚ ਸੰਗਤਾਂ ਦੇ ਸਨਮੁਖ ਭੇਂਟ ਕਰਨ ਜਾ ਰਹੇ ਹਾਂ ਤਾਂ ਜੋ ਸੰਗਤਾਂ ਇਸ ਦਾ ਲਾਹਾ ਲੈ ਸਕਣ। ਸਵਾਲ ਨੰਬਰ 121। ਸਤਿਕਾਰਯੋਗ ਵੀਰ ਜੀ, ਜਿਸ ਦਾ ਸਵਾਸ ਸਵਾਸ ਸਿਮਰਨ ਚੱਲ ਪਵੇ, ਕੀ ਉਸ ਨੂੰ ਗੁਰਬਾਣੀ ਪੜ੍ਹਨੀ ਚਾਹੀਦੀ ਹੈ? ਜਵਾਬ: ਬਾਣੀ ਜ਼ਰੂਰ ਪੜ੍ਹਨੀ ਚਾਹੀਦੀ ਹੈ। ਦਾਸ ਨੇ ਕਈ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ ਹਨ ਜਿਨ੍ਹਾਂ ਦਾ ਸਵਾਸ ਸਵਾਸ ਸਿਮਰਨ ਸੀ, ਪਰ ਉਹਨਾਂ ਨੇ ਸੁਖਮਨੀ ਸਾਹਿਬ ਜੀ ਦਾ ਨੇਮ ਨਹੀਂ ਛੱਡਿਆ। ਬਾਬਾ ਆਨੰਦ ਸਿੰਘ ਜੀ ਦਾ ਨੇਮ ਸੀ 5 ਪਾਠ ਸੁਖਮਨੀ ਸਾਹਿਬ ਜੀ ਦੇ ਰੋਜ਼ਾਨਾ ਸੇਵਾਦਾਰ ਕੋਲੋਂ ਸਰਵਣ ਕਰਨੇ। ਸੰਤ ਮੀਹਾ ਸਿੰਘ ਜੀ ਦਾ 17 ਪਾਠ ਸੁਖਮਨੀ ਸਾਹਿਬ ਰੋਜ਼ਾਨਾ ਨੇਮ ਸੀ। ਸੰਤ ਨਿਹਾਲ ਸਿੰਘ ਜੀ 2 ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰਦੇ ਸਨ। ਸੰਤ ਗੁਲਾਬ ਸਿੰਘ ਜੀ ਘੋਲੀਏ ਵਾਲੇ 2 ਪਾਠ ਸੁਖਮਨੀ ਸਾਹਿਬ ਜੀ ਦੇ ਰੋਜ਼ ਕਰਦੇ ਸਨ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਹੋਰ ਵੀ ਅਨੇਕਾਂ ਮਹਾਂਪੁਰਸ਼ ਹੋਏ ਹਨ ਜਿਨ੍ਹਾਂ ਨੇ ਸਵਾਸ ਸਵਾਸ ਸਿਮਰਨ ਹੁੰਦਿਆਂ ਵੀ ਸੁਖਮਨੀ ਸਾਹਿਬ ਦੀ ਬਾਣੀ ਤੇ 5 ਗ੍ਰੰਥੀ 10 ਗ੍ਰੰਥੀ ਦਾ ਵੀ ਨਾਲ ਨੇਮ ਨਿਭਾਇਆ ਹੈ। ਸਵਾਲ ਨੰਬਰ 122। ਸਤਿਕਾਰਯੋਗ ਵੀਰ ਜੀ, ਕੀ ਕੋਈ ਸਿੱਖ ਬੱਚਾ ਜਾਂ ਬੱਚੀ ਕਿਸੇ ਹੋਰ ਧਰਮ ਦਾ ਗ੍ਰੰਥ ਪੜ੍ਹ ਸਕਦੇ ਹਨ? ਜਵਾਬ: ਹਾਂ, ਤੁਸੀਂ ਪੜ੍ਹ ਸਕਦੇ ਹੋ। ਹਰ ਗ੍ਰੰਥ ਵਿੱਚੋਂ ਤੁਸੀਂ ਗੁਣ ਲੈਣੇ ਹਨ, ਪਰ ਮਨ ਆਪਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਹੀ ਵੇਚਣਾ ਹੈ, ਕਿਉਂਕਿ ਸਾਡਾ ਨਾਮ ਹੈ ਸਿੱਖ ਤੇ ਸਿੱਖ ਸ਼ਬਦ ਦੇ ਅਰਥ ਹਨ ਸਿੱਖਣਾ। ਸਿੱਖ ਨੂੰ ਜਿੱਥੋਂ ਵੀ ਗੁਣ ਸਿੱਖਣ ਨੂੰ ਮਿਲਣ ਉਹ ਸਿੱਖੇ, ਪਰ ਝੋਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਹੀ ਅੱਡੇ। ਗੁਰਬਾਣੀ ਵਿੱਚ ਵੀ ਫੁਰਮਾਨ ਹੈ, ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈਜੈ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ। ਸਵਾਲ ਨੰਬਰ 123। ਸਤਿਕਾਰਯੋਗ ਵੀਰ ਜੀ, ਆਮ ਵੇਖਣ ਵਿੱਚ ਆਉਂਦਾ ਹੈ ਕਿ ਜਦੋਂ ਵੀ ਬਾਣੀ ਪੜ੍ਹੀਏ ਤਾਂ ਮਨ 1 ਸੈਕਿੰਡ ਵਾਸਤੇ ਵੀ ਨਹੀਂ ਜੁੜਦਾ। ਕੀ ਬਾਣੀ ਪੜ੍ਹਨੀ ਛੱਡ ਦੇਣੀ ਚਾਹੀਦੀ ਹੈ? ਜਵਾਬ: ਕੋਸ਼ਿਸ਼ ਕਰੋ ਬਾਣੀ ਪੜ੍ਹਦਿਆਂ ਮਨ ਜੁੜ ਜਾਏ, ਪਰ ਜੇ ਨਾ ਜੁੜੇ ਤਾਂ ਘਬਰਾਓ ਨਹੀਂ। ਜਿਸ ਤਰ੍ਹਾਂ ਅੱਗ ਵਿੱਚ ਕੋਈ ਚੀਜ਼ ਭਾਵੇਂ ਸਿੱਧੀ ਤੇ ਭਾਵੇਂ ਉਲਟੀ ਪਾਓ, ਅੱਗ ਦਾ ਕੰਮ ਹੈ ਸਾੜਨਾ। ਜਦ ਤੁਸੀਂ ਸਰੀਰ ਕਰਕੇ ਬਾਣੀ ਪੜ੍ਹਨ ਬੈਠੋਗੇ ਤਾਂ ਤੁਹਾਡੇ ਪਾਪ ਸੜਨੇ ਸ਼ੁਰੂ ਹੋ ਜਾਣਗੇ। ਜਿਉਂ-ਜਿਉਂ ਪਾਪ ਸੜਨਗੇ ਪੁੰਨ ਬਣਨਗੇ, ਤੇ ਜਦੋਂ ਪੁੰਨ ਬਣਨਗੇ ਤਾਂ ਮਨ ਜੁੜਨਾ ਸ਼ੁਰੂ ਹੋ ਜਾਵੇਗਾ। ਇਸ ਲਈ ਬਾਣੀ ਪੜ੍ਹਨੀ ਨਹੀਂ ਛੱਡਣੀ ਚਾਹੀਦੀ। ਬਾਬਾ ਹਰਭਜਨ ਸਿੰਘ ਜੀ ਵੱਡੇ ਨਾਨਕਸਰ ਵਾਲਿਆਂ ਕੋਲ ਇੱਕ ਸਰੀਰ ਆਇਆ ਸੀ ਤੇ ਉਸਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਣੀ ਪੜ੍ਹਦਿਆਂ ਮਨ ਨਹੀਂ ਜੁੜਦਾ। ਬਾਬਾ ਜੀ ਕਹਿਣ ਲੱਗੇ, ਅੰਮ੍ਰਿਤ ਵੇਲੇ ਬਿਨਾਂ ਕੁਝ ਛਕੇ 5 ਪਾਠ ਜਪਜੀ ਸਾਹਿਬ ਦੀ ਹਾਜ਼ਰੀ ਲਗਾਇਆ ਕਰੋ, ਮਨ ਵੀ ਜੁੜ ਜਾਵੇਗਾ। ਪਵਿੱਤਰ ਗੁਰਬਾਣੀ ਦਾ ਵੀ ਫੁਰਮਾਨ ਹੈ, ਇਹ ਬਾਣੀ ਜੋ ਜੀ ਹੋ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਸਵਾਲ ਨੰਬਰ 124। ਸਤਿਕਾਰਯੋਗ ਵੀਰ ਜੀ, ਤੁਸੀਂ ਦੱਸਦੇ ਹੋ ਕਿ ਬਾਣੀ ਜਿੱਥੇ ਲਿਖੀ ਹੋਵੇ ਉਸ ਦਾ ਸਤਿਕਾਰ ਕਰੋ, ਬੇਅਦਬੀ ਨਾ ਹੋਵੇ ਅਤੇ ਨਾਲ ਹੀ ਤੁਸੀਂ ਕੰਘੇ ਤੇ ਕੇਸ ਉਹਨਾਂ ਬਾਰੇ ਵੀ ਸਤਿਕਾਰ ਦੱਸਦੇ ਹੋ। ਪੂਰਾ ਦੱਸੋ ਕਿਵੇਂ ਸਤਿਕਾਰ ਕਰੀਏ? ਜਵਾਬ: ਆਮ ਘਰਾਂ ਵਿੱਚ ਖੁਸ਼ੀ ਗਮੀ ਦੇ ਕਾਰਡ ਆਉਂਦੇ ਰਹਿੰਦੇ ਹਨ ਜਾਂ ਕੋਈ ਪੇਪਰ ਰਸਾਲਾ ਧਾਰਮਿਕ ਹੁੰਦਾ ਹੈ ਜਿਸ ਉੱਪਰ ਗੁਰਬਾਣੀ ਲਿਖੀ ਹੁੰਦੀ ਹੈ। ਕਈ ਅਣਜਾਣ ਪੁਣੇ ਵਿੱਚ ਉਸ ਨੂੰ ਪਾੜ ਕੇ ਕੂੜੇ ਵਾਲੇ ਡੱਬੇ ਵਿੱਚ ਸੁੱਟ ਦਿੰਦੇ ਹਨ, ਜੋ ਕਿ ਘੋਰ ਬੇਅਦਬੀ ਹੈ। ਆਪਣੇ ਘਰ ਵਿੱਚ ਇੱਕ ਛੋਟਾ ਜਿਹਾ ਲਿਫਾਫਾ ਜਾਂ ਥੈਲਾ ਲਗਾਓ ਜਿਸ ਵਿੱਚ ਇਹ ਗੁਰਬਾਣੀ ਲਿਖੇ ਕਾਰਡ ਪਾਓ
ਤੇ ਆਪਣੇ ਕੇਸਾਂ ਨੂੰ ਕੰਘਾ ਕਰਕੇ ਜੋ ਕੇਸ ਕੰਘੇ ਵਿੱਚ ਰਹਿ ਜਾਂਦੇ ਹਨ, ਉਹ ਕੇਸ ਵੀ ਉਸ ਥੈਲੇ ਵਿੱਚ ਪਾਓ। ਮਹੀਨੇ ਜਾਂ 2 ਮਹੀਨੇ ਬਾਅਦ ਆਪਣੇ ਘਰ ਛੋਟੇ ਜਿਹੇ ਬਾਟੇ ਵਿੱਚ ਜਾਂ ਬਾਲਟੀ ਵਿੱਚ ਇਹਨਾਂ ਕਾਗਜ਼ਾਂ ਤੇ ਕੰਘੇ 'ਚ ਆਏ ਕੇਸਾਂ ਦਾ ਸਤਿਕਾਰ ਨਾਲ ਸੰਸਕਾਰ ਕਰ ਦਿਓ ਅਤੇ ਰਾਖ ਨੂੰ ਵਗਦੇ ਪਾਣੀ ਵਿੱਚ ਜਲ ਪ੍ਰਵਾਹ ਕਰ ਦਿਓ। ਇਸ ਤਰ੍ਹਾਂ ਕਰਨ ਨਾਲ ਧਾਰਮਿਕ ਕਾਗਜ਼ ਤੇ ਕੰਘੇ ਵਿੱਚ ਨਿਕਲੇ ਕੇਸਾਂ ਦੀ ਬੇਅਦਬੀ ਨਹੀਂ ਹੁੰਦੀ। ਸਵਾਲ ਨੰਬਰ 125। ਸਤਿਕਾਰਯੋਗ ਵੀਰ ਜੀ, ਆਮ ਘਰਾਂ ਵਿੱਚ ਵੇਖੀਦਾ ਹੈ ਕਿ ਜੇ ਕੋਈ ਗੁਟਕਾ ਸਾਹਿਬ ਤੋਂ ਪਾਠ ਕਰ ਰਿਹਾ ਹੈ ਤੇ ਪਾਠ ਕਰਦਿਆਂ ਕਰਦਿਆਂ ਕਿਸੇ ਨੂੰ ਕੋਈ ਕੰਮ ਪੈ ਗਿਆ ਹੈ ਤਾਂ ਉਹ ਗੁਟਕਾ ਸਾਹਿਬ ਟੇਬਲ, ਸੈਲਫ, ਟੀਵੀ ਉੱਪਰ ਜਾਂ ਫਰਿੱਜ 'ਤੇ ਰੱਖ ਦਿੰਦੇ ਹਨ। ਕੀ ਅਜਿਹਾ ਕਰਨਾ ਠੀਕ ਹੈ? ਜਵਾਬ: ਨਹੀਂ, ਇਹ ਗੱਲ ਬਹੁਤ ਗਲਤ ਹੈ। ਬਾਣੀ ਦਾ ਜਿੰਨਾ ਸਤਿਕਾਰ ਕਰੋ ਓਨਾ ਹੀ ਘੱਟ ਹੈ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੇ ਸਮੇਂ ਕੁਝ ਸਿੱਖ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆਏ ਤੇ ਮਹਾਰਾਜ ਜੀ ਉਸ ਸਮੇਂ ਪਲੰਘ ਤੇ ਆਰਾਮ ਵਿੱਚ ਸਨ। ਸਿੱਖਾਂ ਨੇ ਗੁਰੂ ਸਾਹਿਬ ਦੇ ਕਮਰੇ ਦੇ ਬਾਹਰ ਜ਼ਮੀਨ 'ਤੇ ਬੈਠ ਕੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਜਦੋਂ ਗੁਰੂ ਸਾਹਿਬ ਉੱਠੇ ਤੇ ਕੰਨਾਂ ਵਿੱਚ ਬਾਣੀ ਦੀ ਆਵਾਜ਼ ਪਈ ਤੇ ਜਦੋਂ ਨਜ਼ਰ ਬਾਣੀ ਪੜ੍ਹਨ ਵਾਲਿਆਂ 'ਤੇ ਪਈ ਤਾਂ ਮਹਾਰਾਜ ਕਾਹਲੀ ਨਾਲ ਉੱਠੇ। ਪਲੰਘ ਦੀ ਬਾਹੀ ਮਹਾਰਾਜ ਜੀ ਦੇ ਗੋਡੇ 'ਤੇ ਵੀ ਲੱਗੀ। ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਇੰਨੀ ਕਾਹਲੀ ਕਿਉਂ ਕੀਤੀ? ਗੁਰੂ ਸਾਹਿਬ ਕਹਿਣ ਲੱਗੇ ਕਿ ਮੇਰੇ ਸਿੱਖ ਹੇਠਾਂ ਬੈਠ ਕੇ ਬਾਣੀ ਪੜ੍ਹ ਰਹੇ ਸਨ ਤੇ ਮੈਂ ਪਲੰਘ 'ਤੇ ਸਾਂ। ਕਾਹਲੀ ਇਸ ਲਈ ਕੀਤੀ ਕਿ ਇਹ ਬਾਣੀ ਦੀ ਬੇਅਦਬੀ ਹੈ। ਜਿਨ ਭੈ ਅਦਬ ਨ ਬਾਣੀ ਧਾਰਾ, ਜਾਨਹੁ ਸੋ ਸਿੱਖ ਨਾਹੀ ਹਮਾਰਾ। ਗੁਟਕਾ ਸਾਹਿਬ ਰੱਖਣ ਵਾਸਤੇ ਇੱਕ ਜਗ੍ਹਾ ਬਣਾਉਣੀ ਚਾਹੀਦੀ ਹੈ। ਉਸ ਜਗ੍ਹਾ 'ਤੇ ਸਾਫ਼ ਕੱਪੜਾ ਜਾਂ ਤੌਲੀਆ ਵਿਛਾ ਲਓ ਤੇ ਉਸ ਜਗ੍ਹਾ 'ਤੇ ਕੇਵਲ ਗੁਟਕੇ ਸਾਹਿਬ ਤੇ ਮਾਲਾ ਹੀ ਰੱਖਣੇ ਚਾਹੀਦੇ ਹਨ। ਕਈ ਲੋਕ ਚਾਹ ਪੀ ਕੇ ਖਾਲੀ ਗਲਾਸ ਸੈਲਫ, ਟੀਵੀ ਜਾਂ ਫਰਿੱਜ ਆਦਿ 'ਤੇ ਰੱਖ ਦਿੰਦੇ ਹਨ। ਕੁਝ ਚਿਰ ਬਾਅਦ ਪਰਿਵਾਰ ਦਾ ਮੈਂਬਰ ਗਲਾਸ ਚੁੱਕ ਕੇ ਲੈ ਗਿਆ। ਉਸ ਤੋਂ ਬਾਅਦ ਹੋਰ ਕੋਈ ਮੈਂਬਰ ਪਾਠ ਕਰਦਾ ਹੈ ਤੇ ਪਾਠ ਕਰਨ ਤੋਂ ਬਾਅਦ ਉਸੇ ਜਗ੍ਹਾ 'ਤੇ ਗੁਟਕਾ ਸਾਹਿਬ ਰੱਖ ਦਿੰਦਾ ਹੈ। ਇਹ ਬੇਅਦਬੀ ਹੈ ਬਾਣੀ ਦੀ, ਕਿਉਂਕਿ ਉਸ ਜਗ੍ਹਾ 'ਤੇ ਕੁਝ ਮਿੰਟ ਪਹਿਲਾਂ ਜੂਠਾ ਗਲਾਸ ਪਿਆ ਸੀ। ਇਸ ਲਈ ਗੁਟਕੇ ਸਾਹਿਬ ਅਤੇ ਮਾਲਾ ਲਈ ਵੱਖਰੀ ਜਗ੍ਹਾ ਹੀ ਹੋਣੀ ਚਾਹੀਦੀ ਹੈ। ਸਵਾਲ ਨੰਬਰ 126। ਸਤਿਕਾਰਯੋਗ ਵੀਰ ਜੀ, ਹਉਮੈ ਕਿੰਨੀ ਤਰ੍ਹਾਂ ਦੀ ਹੁੰਦੀ ਹੈ? ਜਵਾਬ: ਇੱਕ ਹਉਮੈ ਹੁੰਦੀ ਹੈ ਕਿ ਕੋਈ ਚੰਗਾ ਕੰਮ ਤੁਸੀਂ ਕਰ ਲਿਆ, ਉਹ ਲੋਕਾਂ ਨੂੰ ਦੱਸਣਾ ਕਿ ਇਹ ਕੰਮ ਮੈਂ ਕੀਤਾ ਹੈ। ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਜੇ ਮੈਂ ਉੱਥੇ ਨਾ ਪਹੁੰਚਦਾ ਤਾਂ ਇਹ ਕੰਮ ਨਹੀਂ ਹੋਣਾ ਸੀ। ਇਹ ਵੀ ਹਉਮੈ ਹੈ। ਤੇ ਦੂਸਰੀ ਹੁੰਦੀ ਹੈ ਸੂਖਸ਼ਮ ਹਉਮੈ। ਕੋਈ ਬੰਦਾ ਹਉਮੈ ਨਹੀਂ ਕਰਦਾ ਪਰ ਮਨ ਵਿੱਚ ਸੋਚਦਾ ਹੈ ਕਿ ਮੈਂ ਕਿੰਨਾ ਚੰਗਾ ਹੋ ਗਿਆ ਹਾਂ। ਕਿ ਮੈਂ ਹਉਮੈ ਨਹੀਂ ਕਰਦਾ, ਇਹ ਦੂਸਰੀ ਹਉਮੈ ਹੈ। ਇਸ ਨੂੰ ਸੂਖਸ਼ਮ ਹਉਮੈ ਕਿਹਾ ਜਾਂਦਾ ਹੈ। ਬਾਕੀ ਹਉਮੈ ਦੇ ਬਹੁਤ ਰੂਪ ਹਨ ਜੋ ਕਿ CD ਰਾਹੀਂ ਆਪ ਜੀ ਸਰਵਣ ਕਰ ਸਕਦੇ ਹੋ। ਸੋ ਗੁਰਬਾਣੀ ਦਾ ਵੀ ਫੈਸਲਾ ਹੈ ਕਿ ਹਉਮੈ ਵਾਲੇ ਦੀ ਮੁਕਤੀ ਕਦੇ ਨਹੀਂ ਹੁੰਦੀ। ਗਤ ਮੁਕਤ ਕਦੇ ਨਾ ਹੋਵਈ, ਹਉਮੈ ਕਰਮ ਕਮਾਹੇ। ਸਵਾਲ ਨੰਬਰ 127। ਸਤਿਕਾਰਯੋਗ ਵੀਰ ਜੀ, ਮੈਨੂੰ ਟ੍ਰੇਨ ਵਿੱਚ ਇੱਕ ਲੜਕਾ ਮਿਲਿਆ। ਉਸਨੇ ਆਪਣੇ ਹੱਥ ਵਿੱਚ ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਫੜਿਆ ਤੇ ਪਾਠ ਕਰ ਰਿਹਾ ਸੀ। ਉਸਨੇ 20-25 ਮਿੰਟ ਪਾਠ ਸਮਾਪਤ ਕਰ ਲਿਆ। ਫਿਰ ਦੂਜਾ ਪਾਠ ਸ਼ੁਰੂ ਕਰ ਦਿੱਤਾ ਤੇ ਉਹ ਵੀ ਉਸੇ ਤਰ੍ਹਾਂ ਸਮਾਪਤ ਕਰ ਲਿਆ। ਜਦ ਤੀਜਾ ਪਾਠ ਸ਼ੁਰੂ ਕਰਨ ਲੱਗਾ ਤਾਂ ਮੈਂ ਉਸਨੂੰ ਡਾਂਟ ਲਗਾਈ ਕਿ ਤੂੰ ਪਾਠ ਕਰ ਰਿਹਾ ਹੈ ਜਾਂ ਗੱਡੀ ਚਲਾ ਰਿਹਾ ਹੈ, ਕਿਤਨੀ ਸਪੀਡ ਹੈ ਤੇਰੀ। ਜਵਾਬ: ਕਦੀ ਵੀ ਕਿਸੇ ਨੂੰ ਪਰਮਾਰਥ ਵਾਸਤੇ ਡਾਂਟਣ ਤੋਂ ਪਹਿਲਾਂ 100 ਵਾਰੀ ਸੋਚ ਲਵੋ ਕਿ ਤੁਹਾਡੇ ਕਾਰਨ ਜੇਕਰ ਕਿਸੇ ਦਾ ਮਨ ਟੁੱਟ ਗਿਆ ਹੈ ਤਾਂ ਉਸ ਦਾ ਭਾਰ ਵੀ ਤੁਹਾਡੇ 'ਤੇ ਪਵੇਗਾ। ਕੋਈ ਕਿਸੇ ਤਰ੍ਹਾਂ ਵੀ ਜੁੜਿਆ ਹੈ, ਸ਼ੁਕਰ ਹੈ ਜੁੜਿਆ ਤਾਂ ਹੈ। ਵੈਸੇ ਵੀ ਅਭਿਆਸੀ ਪੁਰਸ਼ ਸੁਰਤੀ ਵਿੱਚ 25 ਮਿੰਟ ਵਿੱਚ ਪਾਠ ਸਮਾਪਤ ਕਰ ਸਕਦਾ ਹੈ। ਇਸ ਤਰ੍ਹਾਂ ਕੀਤਾ ਹੋਇਆ ਪਾਠ ਵੀ ਪ੍ਰਵਾਨ ਹੈ। ਕਈ ਉੱਚੀ ਬੋਲ ਕੇ ਪਾਠ ਕਰਦੇ ਹਨ ਜਾਂ 45 ਮਿੰਟ ਵਿੱਚ ਕਰ ਲੈਂਦੇ ਹਨ। ਕਈ 1 ਘੰਟੇ ਵਿੱਚ ਸੰਪੂਰਨ ਪਾਠ ਕਰਦੇ ਹਨ।
ਹਰ ਕਿਸੇ ਦੀ ਆਪਣੀ ਆਪਣੀ ਅਵਸਥਾ ਹੈ। ਸਵਾਲ ਨੰਬਰ 128। ਸਤਿਕਾਰਯੋਗ ਵੀਰ ਜੀ, ਦੁਨਿਆਵੀ ਕਾਰ ਵਿਹਾਰ ਕਰਦਿਆਂ ਗੁੱਸੇ ਨਾਲ ਵੀ ਬੋਲਿਆ ਜਾਂਦਾ ਹੈ, ਝੂਠ ਵੀ ਬੋਲਿਆ ਜਾਂਦਾ ਹੈ ਤੇ ਨਿੰਦਿਆ ਵੀ ਕੀਤੀ ਜਾਂਦੀ ਹੈ, ਪਰ ਸਮਝ ਨਹੀਂ ਆਉਂਦੀ ਕਿ ਇਹਨਾਂ 'ਤੇ ਕੰਟਰੋਲ ਕੀਤਾ ਜਾਵੇ। ਕਿਵੇਂ ਕੀਤਾ ਜਾਵੇ? ਜਵਾਬ: ਤੁਸੀਂ ਇੱਕ ਕਾਪੀ ਲਗਾ ਲਵੋ, ਉਸ 'ਤੇ ਲਿਖੀ ਜਾਵੋ ਕਿ ਕਿੰਨੀ ਵਾਰ ਮੈਂ ਝੂਠ ਬੋਲਿਆ, ਕਿੰਨੀ ਵਾਰ ਕ੍ਰੋਧ ਕੀਤਾ। ਇਸ ਤਰ੍ਹਾਂ ਲਿਖਣ ਨਾਲ ਆਪਣੀ ਔਗਣਾਂ ਦੀ ਪਹਿਚਾਣ ਹੋ ਜਾਂਦੀ ਹੈ। ਫਿਰ ਉਹ ਔਗਣ ਛੱਡਣੇ ਸੌਖੇ ਹੋ ਜਾਂਦੇ ਹਨ। ਸੰਗਤ ਵਿੱਚ ਇੱਕ ਬੀਬੀ ਆਉਂਦੀ ਹੈ। ਉਸਨੇ ਦਾਸ ਨੂੰ ਆਪਣੀ ਕਾਪੀ ਦਿਖਾਈ। ਕਾਗਜ਼ 'ਤੇ ਰੋਜ਼ਾਨਾ ਆਪਣੇ ਕੀਤੇ ਹੋਏ ਔਗਣ ਲਿਖ ਕੇ ਤੇ ਨੇਮ ਵਧਾ ਕੇ ਗੁਰੂ ਸਾਹਿਬ ਅੱਗੇ ਅਰਦਾਸ ਕਰਨੀ, ਸੱਚੇ ਪਾਤਸ਼ਾਹ, ਮੇਰੇ ਕੋਲੋਂ ਸਾਰੇ ਦਿਨ ਵਿੱਚ ਇੰਨੇ ਔਗਣ ਹੋਏ ਹਨ, ਕਿਰਪਾ ਕਰਕੇ ਇਹਨਾਂ ਔਗਣਾਂ ਤੋਂ ਛੁਟਕਾਰਾ ਦਿਵਾਓ। ਫਿਰ ਔਗਣ ਛਡਾਉਣ, ਮਾੜੀ ਮੱਤ ਦੂਰ ਕਰਨ ਦੀ ਡਿਊਟੀ ਗੁਰੂ ਸਾਹਿਬ ਦੀ ਲੱਗ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਲਿਖਿਆ ਹੈ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਪਰ ਕਦੋਂ? ਅਗਲੀ ਪੰਕਤੀ ਵਿੱਚ ਦੱਸਦੇ ਹਨ, ਗੁਰ ਬਚਨੀ ਹਰ ਨਾਮ ਉਚਰੈ। ਸਵਾਲ ਨੰਬਰ 129। ਸਤਿਕਾਰਯੋਗ ਵੀਰ ਜੀ, ਆਪ ਜੀ ਨੇ ਸੁਮੱਤ ਦਿੱਤੀ ਹੈ ਕਿ ਇੱਕ ਜਗਿਆਸੂ ਦਾ ਘੱਟੋ ਘੱਟ 2.5 ਘੰਟੇ ਨੇਮ ਹੋਣਾ ਚਾਹੀਦਾ ਹੈ, ਪਰ ਜਿਹੜਾ ਪ੍ਰਚਾਰਕ ਬਣ ਜਾਵੇ ਜਾਂ ਕਿਸੇ ਸੁਸਾਇਟੀ ਦਾ ਅਹੁਦੇਦਾਰ ਬਣ ਜਾਵੇ ਜਾਂ ਸਟੇਜ 'ਤੇ ਕੀਰਤਨ ਕਰਨ ਲੱਗ ਜਾਵੇ ਤਾਂ ਉਸਦਾ ਨੇਮ ਕਿੰਨਾ ਹੋਣਾ ਚਾਹੀਦਾ ਹੈ? ਜਵਾਬ: ਇੱਕ ਸਧਾਰਨ ਆਦਮੀ ਦਾ ਨੇਮ 2.5 ਘੰਟੇ ਦਾ ਹੋਣਾ ਚਾਹੀਦਾ ਹੈ, ਪਰ ਜੋ ਮੁਖੀ ਹੋਵੇ, ਕੀਰਤਨ ਕਥਾ ਕਰਦਾ ਹੋਵੇ, ਉਸਨੂੰ ਘੱਟੋ ਘੱਟ 4 ਜਾਂ 5 ਘੰਟੇ ਨੇਮ ਕਰਨਾ ਚਾਹੀਦਾ ਹੈ, ਕਿਉਂਕਿ ਲੋਕ ਉਹਨਾਂ ਨੂੰ ਨਮਸਕਾਰ ਕਰ ਜਾਂਦੇ ਹਨ। ਜੇਕਰ ਉਹ 4 ਜਾਂ 5 ਘੰਟੇ ਨੇਮ ਨਹੀਂ ਕਰਦੇ ਤਾਂ ਉਹਨਾਂ ਦੀ ਕਮਾਈ ਡੁੱਲਣੀ ਸ਼ੁਰੂ ਹੋ ਜਾਂਦੀ ਹੈ। ਕੁਝ ਸਮਾਂ ਪਾ ਕੇ ਭਾਰ ਪੈਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਯਤਨ ਕਰੋ ਕਿ ਨੇਮ ਵੱਧ ਹੋਵੇ, ਘੱਟ ਨਹੀਂ। ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸਨ ਕਿ ਜੇ ਗੁੱਡੀ ਜ਼ਿਆਦਾ ਉੱਡੀ ਹੋਵੇ ਤਾਂ ਪਿੰਨਾ ਵੱਡਾ ਚਾਹੀਦਾ ਹੈ, ਭਾਵ ਕਿ ਜੇ ਦੁਨੀਆ ਵਿੱਚ ਸਤਿਕਾਰ ਜ਼ਿਆਦਾ ਵੱਧ ਗਿਆ ਹੈ ਤਾਂ ਨਿਤਨੇਮ ਵੀ ਵਧਾ ਦੇਣਾ ਚਾਹੀਦਾ ਹੈ। ਜੇ ਅਜਿਹਾ ਨਹੀਂ ਤਾਂ ਫਿਰ ਖਤਰਾ ਹੀ ਖਤਰਾ ਹੈ। ਸਵਾਲ ਨੰਬਰ 130। ਸਤਿਕਾਰਯੋਗ ਵੀਰ ਜੀ, ਗੁਰਸਿੱਖ ਦੀ ਧੂੜ ਕੀ ਹੁੰਦੀ ਹੈ? ਜਵਾਬ: ਰੰਗੇ ਹੋਏ ਗੁਰਸਿੱਖ ਦੀ ਧੂੜ 2 ਤਰ੍ਹਾਂ ਦੀ ਹੁੰਦੀ ਹੈ। ਪਹਿਲੀ ਧੂੜ ਹੁੰਦੀ ਹੈ ਪੈਰ ਦੇ ਥੱਲੇ, ਜੋ ਚਰਨ ਧੂੜ ਹੁੰਦੀ ਹੈ। ਨਾਨਕ ਧੂੜ ਪੁਨੀਤ, ਸਾਧ ਲੱਖ ਕੋਟ ਪਿਰਾਗੇ। ਦੂਸਰੀ ਤਰ੍ਹਾਂ ਦੀ ਧੂੜ ਹੁੰਦੀ ਹੈ ਉਹਨਾਂ ਦੇ ਦੱਸੇ ਮਾਰਗ 'ਤੇ ਚੱਲਣਾ। ਜਿਵੇਂ ਉਹ ਕਹਿ ਗਏ, ਉਸ 'ਤੇ ਤੁਸੀਂ ਹੌਲੀ ਹੌਲੀ ਕਰਕੇ ਚੱਲਣ ਦੀ ਕੋਸ਼ਿਸ਼ ਕਰੋ। ਜਦ ਤੁਸੀਂ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇਸ ਦਾ ਮਤਲਬ ਹੋਵੇਗਾ ਕਿ ਤੁਸੀਂ ਉਹਨਾਂ ਦੇ ਬਚਨਾਂ ਦੀ ਧੂੜ ਲੈ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।